ਮਾਲੇਰਕੋਟਲਾ ਦੇ ਰੈਸਟ ਹਾਊਸ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਮੁਸਲਿਮ ਫੈਡਰੇਸ਼ਨ ਆਫ ਪੰਜਾਬ ਦੇ ਪ੍ਰਧਾਨ ਐਡਵੋਕੇਟ ਮੁਬੀਨ ਫਰੂਕੀ ਜੀ ਨੇ ਦੱਸਿਆ, ਰਮਜ਼ਾਨ ਦਾ ਮਹੀਨਾ ਪੂਰਾ ਹੋਣ ਵਾਲਾ ਹੈ। ਇਸ ਦੌਰਾਨ ਸਾਡੇ ਮੁਸਲਿਮ ਭਰਾਵਾਂ ਨੇ ਆਪਣੇ ਘਰ ਵਿੱਚ ਹੀ ਰਹਿ ਕੇ ਆਪਣੀ ਨਮਾਜ਼ ਅਦਾ ਕੀਤੀ। ਹੁਣ ਮੁਬੀਨ ਫਰੂਕੀ ਜੀ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਜਿੱਥੇ ਦੁਕਾਨਾਂ ਫੈਕਟਰੀਆਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ, ਉੱਥੇ ਹੀ ਸਾਰੇ ਧਾਰਮਿਕ ਸਥਾਨ ਵੀ ਖੋਲ੍ਹੇ ਜਾਣ ਤਾਂ ਕਿ ਈਦ ਦੀ ਨਮਾਜ਼ ਮਸਜਿਦਾਂ ਦੇ ਵਿੱਚ ਜਾ ਕੇ ਥੋੜ੍ਹੇ ਫਾਸਲੇ ਦੇ ਨਾਲ ਖੜ੍ਹ ਕੇ ਅਦਾ ਕੀਤੀ ਜਾ ਸਕੇ। ਹੁਣ ਸੁਣਾਂਗੇ ਐਡਵੋਕੇਟ ਮੁਬੀਨ ਫਰੂਕੀ ਜੀ ਦੀ ਜ਼ੁਬਾਨੀ। ਹਾਂਜੀ ਸਰ, ਕੀ ਕਹੋਗੇ ਜਿਹੜਾ ਤੁਸੀਂ ਮੁੱਖ ਮੰਤਰੀ ਦੇ ਨਾਮ ਈਮੇਲ ਭੇਜੀ ਹੈ ਤੇ ਉਹਨਾਂ ਦਾ ਤੁਹਾਨੂੰ ਕੀ ਜਵਾਬ ਆਇਆ ਈਮੇਲ ਦਾ? ਦੇਖੋ, ਜਿੱਦਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ 50 ਦਿਨ ਤੋਂ ਜ਼ਿਆਦਾ ਹੋ ਚੁੱਕੇ ਨੇ। ਸਾਰਾ ਹਿੰਦੁਸਤਾਨ ਦੇ ਵਿੱਚ ਹੀ ਲਾਕਡਾਊਨ ਹੈ। ਵਿਸ਼ਵਮਾਰੀ ਜੋ ਕਰੋਨਾ ਨਾਮ ਦੀ ਫੈਲੀ ਹੋਈ ਹੈ, ਉਹਦੇ ਕਰਕੇ ਸਾਰੀ ਦੁਨੀਆ ਦੇ ਵਿੱਚ ਹੀ ਲਾਕਡਾਊਨ ਕੀਤਾ ਹੋਇਆ ਸੀਗਾ ਔਰ ਕਈ ਕੰਟਰੀਜ਼ ਦੇ ਵਿੱਚ ਮਗਰ ਹੁਣ ਖੁੱਲ੍ਹ ਚੁੱਕਿਆ ਔਰ ਇੰਡੀਆ ਦੇ ਵਿੱਚ ਵੀ ਖਾਸ ਕਰਕੇ ਜਿਹੜੇ ਗ੍ਰੀਨ ਜ਼ੋਨ ਨੇ ਜਾਂ ਜਿੱਥੇ ਘੱਟ ਇਹਦੀ ਇਸ ਮਹਾਮਾਰੀ ਨਾਲ ਘੱਟ ਇਫੈਕਟ ਹੋਇਆ, ਉਹ ਏਰੀਆਜ਼ ਨੂੰ ਖੋਲ੍ਹ ਦਿੱਤਾ ਗਿਆ ਔਰ ਕੁਛ ਰਿਲੈਕਸੇਸ਼ਨ ਦਿੱਤੀ ਗਈ ਹੈ ਉੱਥੇ। ਪੰਜਾਬ ਦੇ ਵਿੱਚ ਵੀ ਕਈ ਏਰੀਆਜ਼ ਐਸੇ ਨੇ ਜਿੱਥੇ ਪਹਿਲਾਂ ਤਾਂ ਕੇਸਿਸ ਕਾਫੀ ਸੀਗੇ, ਮਗਰ ਜਿਵੇਂ ਹੁਣ ਜ਼ਿਲ੍ਹਾ ਸੰਗਰੂਰ ਹੈ, ਸੰਗਰੂਰ ਦੇ ਵਿੱਚ ਕੱਲ੍ਹ ਜੋ DC ਸਾਹਿਬ ਦੀ ਜੋ ਸਟੇਟਮੈਂਟ ਆਈ ਹੈ ਉਹਦੇ ਮੁਤਾਬਕ ਹੁਣ ਕੋਈ ਵੀ ਕਰੋਨਾ ਦਾ ਪੋਜ਼ੀਟਿਵ ਕੇਸ ਨਹੀਂ ਹੈਗਾ। ਅਤੇ ਸਾਡਾ ਜੋ ਮੁਤਾਲਬਾ ਸੀਗਾ ਕਿ ਮੁਸਲਿਮ ਦਾ ਜੋ ਸਭ ਤੋਂ ਪਵਿੱਤਰ ਮਹੀਨਾ ਹੈ ਪੂਰੇ ਸਾਲ ਦੇ ਵਿੱਚ, ਅਸੀਂ ਮੰਨਦੇ ਹਾਂ ਰਮਜ਼ਾਨ ਦਾ ਮਹੀਨਾ, ਜਿਹਦੇ ਵਿੱਚ ਇਬਾਦਤ ਦਾ ਮਹੀਨਾ ਮੰਨਿਆ ਜਾਂਦਾ, ਜਿਸ ਦੇ ਵਿੱਚ ਲੋਕ 17 ਘੰਟੇ 18 ਘੰਟੇ ਦਾ ਦੇਖੋ ਰੋਜ਼ਾ ਹੁੰਦਾ, ਜਿਹਦੇ ਵਿੱਚ ਲੋਕ ਵਿਚਾਰੇ ਭੁੱਖੇ ਪਿਆਸੇ ਰਹਿੰਦੇ ਨੇ, ਕੋਈ ਖਾਂਦੇ ਪੀਂਦੇ ਨਹੀਂ। ਔਰ ਇਸ ਇਬਾਦਤ ਦੇ ਮਹੀਨੇ ਦੇ ਵਿੱਚ ਲੋਕ ਮਸਜਿਦਾਂ ਦੇ ਵਿੱਚ ਰੌਣਕ ਵੱਧ ਜਾਂਦੀ ਸੀਗੀ ਔਰ ਲੋਕ ਇਬਾਦਤ ਕਰਨ ਵਾਸਤੇ ਮਸਜਿਦਾਂ ਦੇ ਵਿੱਚ ਜਾਂਦੇ ਸੀਗੇ। ਮਗਰ ਇਸ ਵਾਰ ਅਨਫੋਰਚੂਨੇਟਲੀ ਐਸਾ ਨਹੀਂ ਮੁਮਕਿਨ ਹੋ ਸਕਿਆ ਕਿਉਂਕਿ ਲਾਕਡਾਊਨ ਦੀ ਵਜ੍ਹਾ ਕਰਕੇ, ਕਰਫਿਊ ਦੀ ਵਜ੍ਹਾ ਕਰਕੇ ਸਾਰੇ ਧਾਰਮਿਕ ਸਥਾਨ ਹੀ ਬੰਦ ਨੇ। ਇਸ ਕਰਕੇ ਸਾਰੇ ਮੁਸਲਿਮ ਭਾਈਚਾਰੇ ਨੂੰ ਇਸ ਰਮਜ਼ਾਨ ਨੂੰ ਆਪਣੇ ਘਰਾਂ ਦੇ ਵਿੱਚ ਬਿਤਾਉਣ ਲਈ ਮਜਬੂਰ ਹੋਣਾ ਪਿਆ ਔਰ ਮਗਰ ਸਾਰੇ ਮੁਸਲਮਾਨ ਭਾਈਆਂ ਵੱਲੋਂ ਪੂਰਾ ਸਹਿਯੋਗ ਸਰਕਾਰ ਨੂੰ ਦਿੱਤਾ ਗਿਆ। ਸਾਡੇ ਚਾਹੇ ਤਰਾਵੀ ਅਸੀਂ ਨਹੀਂ ਪੜ੍ਹ ਸਕੇ, ਅਸੀਂ ਜੁਮੇ ਦੀਆਂ ਨਮਾਜ਼ਾਂ ਜਿਹੜੀਆਂ ਮੇਨ ਹੁੰਦੀਆਂ ਨੇ, ਦੇਖੋ ਜਿਹਦਾ ਇੰਤਜ਼ਾਰ ਸਾਰਾ ਸਾਲ ਰਹਿੰਦਾ, ਉਹ ਵੀ ਨਹੀਂ ਪੜ੍ਹ ਸਕੇ ਹੈਗੇ ਮਸਜਿਦਾਂ ਦੇ ਵਿੱਚ, ਆਮ ਨਮਾਜ਼ਾਂ ਨਹੀਂ ਪੜ੍ਹ ਸਕੇ ਮਸਜਿਦਾਂ ਦੇ ਵਿੱਚ। ਉਸ ਦੇ ਬਾਵਜੂਦ ਵੀ ਕਿਸੇ ਨੂੰ ਕੋਈ ਓਬਜੈਕਸ਼ਨ ਨਹੀਂ ਸੀਗੀ ਕਿਉਂਕਿ ਅਸੀਂ ਸਾਰਿਆਂ ਦੇ ਨਾਲ ਹਾਂ। ਸਾਰੇ ਧਾਰਮਿਕ ਸਥਾਨ ਜਿੱਥੇ ਬੰਦ ਨੇ ਅਤੇ ਮਸਜਿਦਾਂ ਬੰਦ ਸੀਗੀਆਂ, ਸਾਨੂੰ ਕੋਈ ਇਹਦੇ ਵਿੱਚ ਉਹ ਨਹੀਂ ਸੀ। ਮਗਰ ਹੁਣ ਜੋ ਹਾਲਾਤ ਜਿਵੇਂ ਕਿ ਬਦਲੇ ਨੇ ਪਿਛਲੇ 10-12 ਦਿਨ ਤੋਂ, ਔਰ ਅਸੀਂ ਦੇਖਿਆ ਕਿ ਸਰਕਾਰ ਵੱਲੋਂ ਪਬਲਿਕ ਟਰਾਂਸਪੋਰਟ ਨੂੰ ਵੀ ਖੋਲ੍ਹ ਦਿੱਤਾ ਗਿਆ, ਇੰਡਸਟਰੀ ਵੀ ਖੋਲ੍ਹ ਦਿੱਤੀ ਗਈ ਹੈ, ਬਾਜ਼ਾਰ ਵੀ ਖੋਲ੍ਹ ਦਿੱਤੇ ਗਏ ਨੇ ਔਰ ਕੁਛ ਦੇਰ ਲਈ ਜਿਹੜੇ ਸ਼ਰਾਬ ਦੇ ਠੇਕੇ ਸੀਗੇ ਉਹ ਵੀ ਖੋਲ੍ਹੇ ਗਏ ਸੀਗੇ। ਟ੍ਰੇਨਾਂ ਵੀ ਹੁਣ ਚਾਲੂ ਹੋ ਚੁੱਕੀਆਂ ਨੇ। ਤਾਂ ਜਦੋਂ ਸ਼ਰਾਬ ਦੇ ਇਹਨਾਂ ਨੇ ਠੇਕੇ ਖੋਲ੍ਹੇ ਸੀ, ਉਸ ਟਾਈਮ ਤੁਸੀਂ ਦੇਖਿਆ ਹੋਊਗਾ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਉੱਥੇ ਪਹੁੰਚ ਗਏ ਸੀਗੇ। ਹੁਣ ਵੀ ਬਾਜ਼ਾਰਾਂ ਦੇ ਵਿੱਚ ਅਗਰ ਅਸੀਂ ਨਜ਼ਰ ਮਾਰੀਏ ਤਾਂ ਬਹੁਤ ਜ਼ਿਆਦਾ ਭੀੜ ਹੈ। ਸ਼ਾਪਿੰਗ ਜਿੱਥੇ ਹੋ ਰਹੀਆਂ, ਕਿਉਂਕਿ ਇੰਨੀ ਦੇਰ ਦੇ ਜਦੋਂ ਬਾਜ਼ਾਰ ਬੰਦ ਸੀਗੇ ਤਾਂ ਲੋਕਾਂ ਨੂੰ ਸ਼ਾਪਿੰਗ ਹੁਣ ਜਦੋਂ ਮੌਕਾ ਮਿਲਿਆ ਤਾਂ ਉਹ 100 ਦੀ ਇੱਕ ਦੁਕਾਨ ਦੇ ਵਿੱਚ ਤਾਦਾਦ ਦੇ ਵਿੱਚ ਲੋਕ ਅੰਦਰ ਵੜੇ ਹੋਏ ਨੇ। ਤਾਂ ਮੇਰਾ ਸਵਾਲ ਇਹੀ ਸੀਗਾ ਕਿ ਅਸੀਂ ਸਾਰੇ ਬਾਜ਼ਾਰ ਸਾਰਾ ਕੁਝ ਅਸੀਂ ਖੋਲ੍ਹ ਦਿੱਤਾ ਹੁਣ, ਠੀਕ ਹੈ ਜੀ, ਕੀ ਸਾਡੇ ਧਾਰਮਿਕ ਸਥਾਨਾਂ ਦੇ ਉੱਪਰ ਜਾਣ ਨਾਲ ਹੀ ਸਾਨੂੰ ਕਰੋਨਾ ਹੋਊਗਾ? ਸਾਡਾ ਸਵਾਲ ਇਹੀ ਹੈ ਕਿ ਕੀ ਕਰੋਨਾ ਸਿਰਫ ਧਾਰਮਿਕ ਸਥਾਨਾਂ 'ਤੇ ਜਾਣ, ਪਬਲਿਕ ਟਰਾਂਸਪੋਰਟ ਦੇ ਜਿੱਥੇ ਇੱਕ ਬੱਸ ਦੇ ਵਿੱਚ 70 ਸਵਾਰੀਆਂ ਬੈਠਦੀਆਂ ਨੇ, ਕੀ ਉੱਥੇ ਕਰੋਨਾ ਹੋਣ ਦਾ ਖਤਰਾ ਨਹੀਂ ਹੈਗਾ? ਕੀ ਬਾਜ਼ਾਰਾਂ ਦੇ ਵਿੱਚ, ਇੰਡਸਟਰੀ ਦੇ ਵਿੱਚ ਜਾ ਕੇ ਉੱਥੇ ਕਰੋਨਾ ਫੈਲਣ ਦਾ ਖਤਰਾ ਨਹੀਂ ਹੈਗਾ? ਜੇ ਸਾਰੇ ਕਿਤੇ ਖਤਰਾ ਹੈ ਤਾਂ ਧਾਰਮਿਕ ਸਥਾਨ ਹੀ ਇਕੱਲੇ ਕਿਉਂ ਬੰਦ ਕੀਤੇ ਗਏ ਨੇ, ਜਦ ਕਿ ਹਰ ਬੰਦਾ ਐਸੇ ਮਾੜੇ ਟਾਈਮ ਦੇ ਵਿੱਚ ਜਿੱਥੇ ਇਹ ਆਪਦਾ ਫੈਲੀ ਹੋਈ ਹੈ, ਹਰ ਬੰਦਾ ਆਪਣੇ ਰੱਬ ਨਾਲ ਜੁੜਨਾ ਚਾਹੁੰਦਾ, ਆਪਣੇ ਰੱਬ ਦੀ ਇਬਾਦਤ ਕਰਨਾ ਚਾਹੁੰਦਾ, ਉਹਦੇ ਕੋਲੋਂ ਮੰਗਣਾ ਚਾਹੁੰਦਾ ਕਿ ਇਸ ਮਹਾਮਾਰੀ ਨੂੰ ਦੂਰ ਕੀਤਾ ਜਾਵੇ। ਤਾਂ ਮੇਰੀ ਸਰਕਾਰ ਨੂੰ ਇਹੀ ਮੰਗ ਹੈ ਕਿ ਜਿਸ ਤਰੀਕੇ ਨਾਲ ਅਸੀਂ ਸਾਰੇ ਹੋਰ ਅਦਾਰੇ ਖੋਲ੍ਹ ਦਿੱਤੇ ਨੇ, ਤਾਂ ਧਾਰਮਿਕ ਸਥਾਨਾਂ ਨਾਲ ਹੀ ਸਾਨੂੰ ਕਿਉਂ ਇਤਰਾਜ਼ ਹੈ ਉੱਥੇ ਜਾਣ 'ਤੇ, ਜਦ ਕਿ ਸਿਆਸਤ ਹੈ ਜਿਹੜੀ, ਜਿਸ ਟਾਈਮ ਸਿਆਸਤ ਕਰਨੀ ਹੁੰਦੀ ਹੈ ਉਸ ਟਾਈਮ ਤਾਂ ਸਾਰੇ ਲੋਕ ਆਪਣੇ ਆਪ ਨੂੰ, ਸਾਰੇ ਲੀਡਰ ਵੀ ਬਹੁਤ ਆਪਣੇ ਆਪ ਨੂੰ ਧਾਰਮਿਕ ਆਪਾਂ ਦੱਸਦੇ ਹਾਂ ਕਿ ਹਾਂ ਜੀ ਸਾਡੇ ਵਰਗਾ ਕੋਈ ਧਾਰਮਿਕ ਬੰਦਾ ਨਹੀਂ। ਹਾਂ, ਕਿਉਂਕਿ ਉਸ ਟਾਈਮ ਇਲੈਕਸ਼ਨ ਦੇ ਦੌਰ ਹੁੰਦੇ ਨੇ ਔਰ ਵੋਟਾਂ ਲੈਣੀਆਂ ਹੁੰਦੀਆਂ ਨੇ। ਅਤੇ ਹੁਣ ਇਸ ਟਾਈਮ ਜਿਸ ਚੀਜ਼ ਤੋਂ ਸਰਕਾਰ ਨੂੰ ਦੇਖੋ ਫਾਇਦਾ ਹੋ ਰਿਹਾ, ਉਹ ਚੀਜ਼ਾਂ ਖੋਲ੍ਹ ਦਿੱਤੀਆਂ ਗਈਆਂ ਨੇ ਜਿੱਥੋਂ ਰੈਵਨਿਊ ਇਕੱਠਾ ਹੋ ਰਿਹਾ, ਅਤੇ ਇੱਥੋਂ ਕੋਈ
ਨਹੀਂ ਸਮਝ ਲਓ ਰੈਵਨਿਊ ਇਕੱਠਾ ਹੋਣਾ, ਇਹ ਸਰਕਾਰ ਨੂੰ ਕੋਈ ਆਮਦਨ ਨਹੀਂ ਹੋਣੀ, ਤਾਂ ਇਹਦੇ ਵੱਲ ਕੋਈ ਧਿਆਨ ਨਹੀਂ ਹੈ। ਸਾਡੇ ਇਹੀ ਮੁਤਾਲਬਾ ਹੈ ਕਿ ਹੁਣ ਅਸੀਂ ਮੁਸਲਿਮ ਭਾਈਚਾਰੇ ਵੱਲੋਂ ਈਦ ਹੈ ਜਿਹੜੀ, ਉਹ ਅਸੀਂ ਚਾਹੁੰਦੇ ਹਾਂ ਕਿ ਅਗਰ ਤੁਸੀਂ ਈਦਗਾਹ ਦੇ ਵਿੱਚ ਨਹੀਂ ਮਨਜ਼ੂਰੀ ਦਿੰਦੇ ਵੀ ਉੱਥੇ ਵੱਡਾ ਇਕੱਠ ਹੋ ਜਾਏਗਾ, ਵੀ ਚਲੋ ਅਸੀਂ ਵੀ ਮੰਨਦੇ ਹਾਂ ਕਿ ਉੱਥੇ ਨਹੀਂ ਅਗਰ ਪੋਸੀਬਲ ਹੈਗਾ, ਤਾਂ ਛੋਟੇ ਛੋਟੇ ਜਿਹੜੇ ਕਸਬੇ ਨੇ ਜਾਂ ਜਿੱਥੇ ਪਿੰਡ ਨੇ ਔਰ ਜਿੱਥੇ ਮੁਹੱਲਿਆਂ ਦੇ ਵਿੱਚ ਮਸਜਿਦਾਂ ਬਣੀਆਂ ਹੋਈਆਂ ਨੇ, ਉੱਥੇ ਗੈਦਰਿੰਗ ਇੰਨੀ ਨਹੀਂ ਹੁੰਦੀ। ਉੱਥੇ ਅਗਰ ਸੋਸ਼ਲ ਡਿਸਟੈਂਸਿੰਗ ਦੀ ਜੋ ਵੀ ਗਾਈਡਲਾਈਨਸ ਹੋਣਗੀਆਂ ਮੁਸਲਿਮ ਸਾਰੇ ਫੋਲੋ ਕਰਨਗੇ। ਉੱਥੇ ਮੇਰਾ ਇਹ ਮੁਤਾਲਬਾ ਹੈ ਸਰਕਾਰ ਨੂੰ ਕਿ ਬਹੁਤ ਜਲਦੀ ਤੋਂ ਜਲਦੀ ਇਹਦੇ 'ਤੇ ਇੱਕ ਅੱਧੇ ਦਿਨ ਤੱਕ ਇਹਦੇ 'ਤੇ ਫੈਸਲਾ ਕੀਤਾ ਜਾਵੇ ਕਿ ਮਸਜਿਦਾਂ ਦੇ ਵਿੱਚ ਚਾਹੇ ਥੋੜ੍ਹਾ ਡਿਸਟੈਂਸ ਦੇ ਉੱਪਰ ਨਮਾਜ਼ ਈਦ ਦੀ ਅਦਾ ਕਰਵਾਈ ਜਾਵੇ। ਜਿਹੜੇ ਬੰਦੇ ਪਹਿਲਾਂ ਆ ਜਾਣ ਉਹ ਅੰਦਰ, ਜਿੰਨੇ ਅੰਦਰ ਜਗ੍ਹਾ ਹੋਊਗੀ ਉਹਨੇ ਅੰਦਰ ਜਾ ਕੇ ਬੰਦੇ ਦਾਖਲ ਹੋ ਕੇ, ਉਸ ਤੋਂ ਬਾਅਦ ਜਿਹੜੇ ਰਹਿ ਜਾਣਗੇ ਉਹ ਦੁਬਾਰਾ 2 ਜਾਂ 3 ਸ਼ਿਫਟਾਂ ਦੇ ਵਿੱਚ ਵੀ ਉਹਦੀ ਨਮਾਜ਼ ਅਦਾ ਹੋ ਸਕਦੀ ਹੈ। ਇਸ ਲਈ ਸਾਡਾ ਇਹੀ ਮੁਤਾਲਬਾ ਹੈ ਕਿ ਹੁਣ ਅਸੀਂ ਸਾਰਾ ਰਮਜ਼ਾਨ ਆਪਣੇ ਘਰਾਂ ਦੇ ਵਿੱਚ ਬਿਤਾਇਆ, ਤਾਂ ਸਾਡਾ ਵੀ ਹੱਕ ਹੈ। ਦੇਖੋ, ਜੇ ਹੋਰ ਸਾਰੀਆਂ ਚੀਜ਼ਾਂ ਖੁੱਲ੍ਹ ਸਕਦੀਆਂ ਨੇ ਤਾਂ ਸਾਡਾ ਇਹੀ ਮੁਤਾਲਬਾ ਕਿ ਬਾਕੀ ਸਾਨੂੰ ਹੋਰ ਧਾਰਮਿਕ ਸਥਾਨ ਵੀ ਅਸੀਂ ਕਹਿੰਦੇ ਸਾਰੇ ਖੋਲ੍ਹੇ ਜਾਣ, ਅਤੇ ਮਸਜਿਦਾਂ ਵੀ ਖਾਸ ਕਰਕੇ ਇਸ ਦਿਨ ਵਾਸਤੇ ਤਾਂ ਘੱਟੋ ਘੱਟ ਇੱਕ ਦਿਨ ਵਾਸਤੇ, ਈਦ ਵਾਲੇ ਦਿਨ ਵਾਸਤੇ ਤਾਂ ਮਸਜਿਦਾਂ ਖੋਲ੍ਹੀਆਂ ਜਾਣ, ਤਾਂ ਕਿ ਲੋਕ ਆਪਣੀ ਸਹੀ ਤਰੀਕੇ ਨਾਲ ਈਦ ਦੀ ਨਮਾਜ਼ ਅਦਾ ਕਰ ਸਕਣ। ਕਿਉਂਕਿ ਘਰਾਂ ਦੇ ਵਿੱਚ ਈਦ ਦੀ ਨਮਾਜ਼ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਕਿਸ ਤਰੀਕੇ ਨਾਲ ਹੋ ਸਕਦੀ ਹੈ। ਅਗਰ ਨਹੀਂ ਹੋਈ ਪੋਸੀਬਿਲਿਟੀ ਨਹੀਂ ਹੋਈ ਕਿ ਈਦ ਦੀ ਨਮਾਜ਼ ਮਸਜਿਦਾਂ ਦੇ ਵਿੱਚ ਅਦਾ ਕਰਨ ਦੀ, ਤਾਂ ਮੈਨੂੰ ਲੱਗਦਾ ਬਹੁਤ ਲੋਕ ਐਸੇ ਨੇ ਜਿਹੜੇ ਈਦ ਦੀ ਨਮਾਜ਼ ਪੜ੍ਹਨ ਤੋਂ ਵੀ ਵਾਂਝੇ ਰਹਿ ਜਾਣਗੇ। ਠੀਕ ਹੈ, ਇਸ ਲਈ ਮੇਰਾ ਇਹੀ ਮੁਤਾਲਬਾ ਹੈ ਕਿ ਇੱਕ ਦਿਨ ਵਾਸਤੇ ਤਾਂ ਫਿਲਹਾਲ ਕਮ ਸੇ ਕਮ ਸਾਨੂੰ ਇਜਾਜ਼ਤ ਦਿੱਤੀ ਜਾਵੇ, ਔਰ ਸੋਸ਼ਲ ਡਿਸਟੈਂਸਿੰਗ ਦੀ ਜੋ ਵੀ ਗਾਈਡਲਾਈਨਸ ਹੋਣਗੀਆਂ ਹਰ ਮੁਸਲਿਮ ਉਹਨੂੰ ਫੋਲੋ ਕਰੇਗਾ। ਬਾਕੀ ਉਸ ਤੋਂ ਬਾਅਦ ਜਦੋਂ ਸਾਰੇ ਧਾਰਮਿਕ ਸਥਾਨ ਖੁੱਲ੍ਹ ਜਾਣਗੇ ਉਦੋਂ ਮਸਜਿਦਾਂ ਨੂੰ ਵੀ ਨਾਲ ਖੋਲ੍ਹ ਦਿੱਤਾ ਜਾਵੇ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਇਹਦੇ ਬਾਰੇ ਇੱਕ ਹਾਈ ਕੋਰਟ ਦੇ ਵਿੱਚ ਵੀ ਇਨਸ਼ਾਅੱਲਾ ਰਿਟ ਪਟੀਸ਼ਨ ਦਾਇਰ ਕਰਨ ਵਾਸਤੇ ਅੱਜ ਮੈਂ ਹੁਣ ਜਾ ਰਿਹਾ, ਅਤੇ ਇਨਸ਼ਾਅੱਲਾ ਉਹ ਸਾਰੇ ਧਰਮਾਂ ਵਾਸਤੇ ਹੀ ਹੋਏਗਾ ਇਨਸ਼ਾਅੱਲਾ, ਕਿ ਸਾਰੇ ਧਾਰਮਿਕ ਸਥਾਨਾਂ ਨੂੰ ਜਿੱਥੇ ਸਾਰੀ ਇੰਡਸਟਰੀ ਸਾਰਾ ਕੁਝ ਖੁੱਲ੍ਹ ਚੁੱਕਿਆ, ਬਾਜ਼ਾਰ ਖੁੱਲ੍ਹ ਚੁੱਕੇ ਨੇ, ਤਾਂ ਉੱਥੇ ਜਾਣ ਦੇ ਵਿੱਚ ਕੀ ਕਰੋਨਾ ਵਾਇਰਸ ਇੰਨਾ ਧਾਰਮਿਕ ਹੈ ਕਿ ਸਿਰਫ ਉਹ ਧਾਰਮਿਕ ਸਥਾਨਾਂ ਦੇ ਉੱਪਰ ਜਾ ਕੇ ਹੀ ਹੁੰਦਾ, ਕਿ ਸਾਡਾ ਸਿਰਫ ਇੰਨਾ ਕੀ ਕੁਐਸਚਨ ਹੋਏਗਾ ਉੱਥੇ ਇਨਸ਼ਾਅੱਲਾ। ਔਰ ਹੋ ਸਕਦਾ, ਹੋਪਫੁਲੀ ਉਮੀਦ ਹੈ ਸਰਕਾਰ ਨੂੰ, ਅਸੀਂ ਜਿਹੜੀ ਮੇਲ ਵੀ ਭੇਜੀ ਸੀਗੀ ਉਹ ਵੀ ਅੱਗੇ ਫਾਰਵਰਡ ਹੋ ਚੁੱਕੀ ਹੈ, ਐਡੀਸ਼ਨਲ ਸੈਕਟਰੀ ਹੋਮ ਨੂੰ, ਡਿਪਾਰਟਮੈਂਟ ਨੂੰ ਉਹ ਫਾਰਵਰਡ ਹੋ ਗਈ ਸੀ, ਉਹਦੇ 'ਤੇ ਹਾਲੇ ਪ੍ਰੋਸੈਸ ਚੱਲ ਰਿਹਾ। ਪਟੀਸ਼ਨ ਕਦੋਂ ਪਾਉਣ ਜਾ ਰਹੇ ਹੋ ਤੁਸੀਂ? ਹੁਣ ਜਾ ਰਹੇ ਹਾਂ, ਮੈਂ ਹਾਈ ਕੋਰਟ ਜਾ ਰਿਹਾ ਇਨਸ਼ਾਅੱਲਾ। ਮੇਰੀ RS ਬੈਂਸ ਸਾਹਿਬ ਨੇ, ਆਪਣੇ ਸੀਨੀਅਰ ਐਡਵੋਕੇਟ ਨੇ ਉੱਥੇ, ਉਹਨਾਂ ਨਾਲ ਮੇਰੀ ਗੱਲ ਹੋਈ ਹੈ, ਅਤੇ ਅਸੀਂ ਜਾ ਕੇ ਉੱਥੇ ਤਿਆਰੀ ਕਰ ਰਹੇ ਹਾਂ ਕਿ ਇਨਸ਼ਾਅੱਲਾ ਅੱਜ ਕਰਕੇ ਤਾਂ ਕੱਲ੍ਹ ਤੱਕ ਹੋ ਸਕਦਾ ਅਸੀਂ ਫਾਈਲ ਉਹਦੇ ਵਿੱਚ ਕਰੀਏ। ਸਰ, ਇੱਕ ਜੋ ਮੁਤਾਲਬਾ ਤੁਸੀਂ ਕੀਤੇ ਸਰਕਾਰ ਨੂੰ ਇਹ ਧਾਰਮਿਕ ਸਥਲ ਖੋਲ੍ਹਣ ਦਾ, ਖਾਸ ਤੌਰ 'ਤੇ ਤੁਸੀਂ ਈਦ ਦੀ ਗੱਲ ਕੀਤੀ, ਈਦਗਾਹਾਂ ਜਾਂ ਮਸਜਿਦਾਂ ਦੀ ਗੱਲ ਕੀਤੀ, ਕੀ ਇਹ ਮੁਤਾਲਬਾ ਤੁਹਾਡੀ ਤਰਫ ਤੋਂ ਨਾ ਹੋ ਕੇ ਜੋ ਧਾਰਮਿਕ ਰਿਪਰੈਜ਼ੈਂਟੇਟਿਵ ਜਾਂ ਸਿਆਸੀ ਰਿਪਰੈਜ਼ੈਂਟੇਟਿਵ ਹੈਗੇ ਸਾਡੇ ਮੁਸਲਮਾਨਾਂ ਦੇ, ਤੇ ਉਹਨਾਂ ਦੀ ਤਰਫ ਤੋਂ ਹੀ ਹੋਣਾ ਚਾਹੀਦਾ ਸੀ? ਇਸ ਬਾਰੇ ਕੀ ਸੋਚਦੇ ਹੋ? ਹਰ ਮੁਸਲਮਾਨ ਦਾ ਫਰਜ਼ ਹੈ, ਹਰ ਮੁਸਲਮਾਨ ਦੇ ਉੱਪਰ ਦੇਖੋ ਰੋਜ਼ਾ ਨਮਾਜ਼ ਹਰ ਮੁਸਲਮਾਨ ਦੇ ਉੱਪਰ ਦੇਖੋ ਫਰਜ਼ ਹੈ। ਅਗਰ ਸਾਨੂੰ ਲੱਗਦਾ ਕਿ ਕੋਈ ਹੋਰ ਨਹੀਂ ਆਵਾਜ਼ ਚੱਕ ਰਿਹਾ, ਅਗਰ ਅੱਲਾ ਨੇ ਤੁਹਾਨੂੰ ਹਿੰਮਤ ਦਿੱਤੀ ਹੈ, ਅਗਰ ਤੁਸੀਂ ਬੋਲ ਸਕਦੇ ਹੋ, ਤਾਂ ਤੁਹਾਡੇ ਮੂੰਹ ਦੇ ਵਿੱਚ ਅਗਰ ਜ਼ੁਬਾਨ ਹੈ ਤਾਂ ਹਰ ਬੰਦੇ ਨੂੰ ਬੋਲਣਾ ਚਾਹੀਦਾ। ਤਾਂ ਮੈਂ ਹੁਣ ਜਿੱਦਾਂ ਗੋਬਿੰਦ ਸਿੰਘ ਲੌਂਗੋਵਾਲ ਜੀ ਨੇ ਵੀ ਇੱਕ ਮੁਤਾਲਬਾ ਕੀਤਾ ਸੀਗਾ SGPC ਦੇ ਰਿਗਾਰਡਿੰਗ ਕਿ ਗੁਰਦੁਆਰਾ ਸਾਹਿਬ ਨੂੰ ਖੋਲ੍ਹਿਆ ਹੋਵੇ, ਅਤੇ ਮੇਰੀ ਹੁਣ ਉਹਨਾਂ ਨਾਲ ਵੀ ਫੋਨ 'ਤੇ ਗੱਲ ਹੋਈ ਹੈ, ਅਤੇ ਮੇਰੇ ਵੱਲੋਂ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਗਈ ਹੈ ਕਿ ਈਦ ਦੀ ਨਮਾਜ਼ ਵਾਸਤੇ ਸਾਡੇ ਤੁਸੀਂ ਵੀ ਇੱਕੋ ਕਹਿੰਦੇ ਵੀ ਅਸੀਂ ਜ਼ਰੂਰ ਲਿਖ ਕੇ ਲੈਟਰ ਅਸੀਂ ਸਰਕਾਰ ਨੂੰ ਭੇਜਾਂਗੇ, ਅਤੇ ਮੈਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦਾ। ਹੋਰ ਸਾਰੇ ਹਿੰਦੂ ਸਮਾਜ ਦੇ ਵੀ ਜਿਹੜੇ ਧਾਰਮਿਕ ਆਗੂ ਨੇ ਉਹਨਾਂ ਨਾਲ ਵੀ ਮੈਂ ਗੁਜ਼ਾਰਿਸ਼ ਕਰਦਾ ਕਿ ਉਹ ਵੀ ਅੱਗੇ ਆਉਣ, ਅਤੇ ਹੋ ਸਕਦਾ ਤਾਂ ਅਸੀਂ ਵੀ ਅਗਰ ਮਿਲਦੇ ਨੇ ਤਾਂ 3-4 ਬੰਦੇ ਅਸੀਂ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਹੀ ਅਸੀਂ ਇੱਕ ਰਿਟ ਪਟੀਸ਼ਨ ਹਾਈ ਕੋਰਟ ਦੇ ਵਿੱਚ ਅਸੀਂ ਹੋ ਸਕਦਾ ਫਾਈਲ ਕਰ ਦਈਏ। ਸੋ ਮੁਬੀਨ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਫੈਸਲਾ ਜਾਂ ਜਿਹੜਾ ਮੁਤਾਲਬਾ ਤੁਸੀਂ ਕਰ ਰਹੇ ਹੋ ਉਹਦੇ ਨਾਲ ਇੱਕ ਵੱਡਾ ਖਤਰਾ ਜਿਹੜਾ ਹੋ ਸਕਦਾ ਹੈ? ਕਿਉਂਕਿ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਤਾਂ ਬਾਜ਼ਾਰਾਂ ਦੇ ਵਿੱਚ ਵੀ ਉੱਡ ਰਹੀਆਂ ਨੇ, ਹਸਪਤਾਲਾਂ ਦੇ ਵਿੱਚ ਵੀ ਉੱਡ ਰਹੀਆਂ ਨੇ, ਔਰ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਮੌਕਾ ਹੋਰ ਮਿਲ ਸਕਦਾ ਹੈ ਮੁਸਲਿਮ ਸਮਾਜ ਦੇ ਲਈ ਅਗਰ ਇੱਦਾਂ ਦਾ ਕੋਈ ਹੁੰਦਾ? ਸਰ ਦੇਖੋ, ਜਿਹਨੇ ਬਦਨਾਮ ਕਰਨਾ ਉਹਨੇ ਤਾਂ ਮੁਸਲਿਮ ਸਮਾਜ ਨੂੰ, ਜਿਹੜੇ ਗੋਦੀ ਮੀਡੀਆ ਨੇ ਜਾਂ ਕਿਸੇ ਨੇ ਵੀ ਬਦਨਾਮ ਕਰਨਾ ਤਾਂ ਵੈਸੇ ਵੀ ਕਰ ਹੀ ਰਹੇ ਨੇ। ਅਗਰ ਇਹਨਾਂ ਤੋਂ ਡਰ ਕੇ ਅਸੀਂ ਐਸੇ ਲੋਕਾਂ ਨੂੰ, ਜਿਹੜੇ ਗੰਦੀ ਜ਼ਹਿਨੀਅਤ ਦੇ ਲੋਕ ਸਾਨੂੰ ਬਦਨਾਮ ਕਰਦੇ ਨੇ, ਅਗਰ ਇਹਨਾਂ ਤੋਂ ਡਰ ਕੇ ਅਸੀਂ, ਫਿਰ ਤਾਂ ਸਾਨੂੰ ਆਪਣਾ ਧਰਮ ਵੀ, ਇਹ ਤਾਂ ਕਹਿੰਦੇ ਨੇ ਬਦਲ ਲਓ, ਪਰ ਕੱਲ੍ਹ ਨੂੰ ਸਾਨੂੰ ਇਹ ਉੱਧਰ ਨੂੰ ਵੀ ਮਜਬੂਰ ਕਰਨਗੇ। ਦੇਖੋ, ਇਹਨਾਂ ਤੋਂ ਸਾਨੂੰ ਬਿਲਕੁਲ ਨਹੀਂ ਅਸੀਂ ਡਰਾਂਗੇ। ਅਸੀਂ ਆਪਣੇ, ਠੀਕ ਹੈ, ਹਰ ਬੰਦੇ ਨੂੰ ਰਾਈਟ ਹੈ ਇੱਥੇ ਆਪਣੇ ਧਰਮ ਦੇ ਉੱਪਰ ਚੱਲਣ ਦਾ, ਸਾਡਾ ਡੈਮੋਕ੍ਰੈਟਿਕ ਸਾਡਾ ਰਾਈਟ ਹੈ, ਸਾਡਾ ਮੌਲਿਕ ਅਧਿਕਾਰ ਹੈ ਇਹ, ਕਿ ਅਸੀਂ ਜਿਹੜੇ ਧਰਮ ਨੂੰ ਚਾਹੀਏ ਇੱਥੇ ਹਿੰਦੁਸਤਾਨ ਦੇ ਵਿੱਚ ਮੰਨ ਸਕਦੇ ਹਾਂ।
ਤੇ ਅਗਰ ਕੋਈ ਇਹਦੇ 'ਚ ਡਰਾਉਂਦਾ ਧਮਕਾਉਂਦਾ ਤਾਂ ਉਹਦੇ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ, ਕੋਰਟਸ ਹੈਗੀਆਂ ਨੇ ਉਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਐਸੇ ਬੰਦਿਆਂ ਨੂੰ ਕਿ ਕਿਸੇ ਅਗਰ ਕਮਿਊਨਿਟੀ ਨੂੰ ਟਾਰਗੇਟ ਕਰ ਰਹੇ ਨੇ। ਬਾਕੀ ਜਿਹੜਾ ਮੇਰਾ ਮੁਤਾਲਬਾ ਹੀ ਇਹੀ ਹੈ ਕਿ ਜਿੱਥੇ ਹੋਰ ਸਾਰੇ ਧਾਰਮਿਕ ਸਥਾਨ ਇਹਨਾਂ ਨੇ ਬੰਦ ਕੀਤੇ ਹੋਏ ਨੇ, ਬਾਜ਼ਾਰ ਤੇ ਇੰਡਸਟਰੀ ਜਾਂ ਹੋਰ ਪਬਲਿਕ ਟਰਾਂਸਪੋਰਟ ਜਾਂ ਟ੍ਰੇਨਾਂ ਕਿਉਂ ਇਹਨਾਂ ਨੇ ਖੋਲ੍ਹੀਆਂ ਨੇ? ਕੀ ਉੱਥੇ ਖਤਰਾ ਨਹੀਂ ਹੈ? ਕੱਲ੍ਹ ਪਰਸੋਂ ਦਿੱਲੀ ਦੀ ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ ਜਿਹਦੇ ਵਿੱਚ ਲੱਖਾਂ ਹੀ ਮਜ਼ਦੂਰ ਆਪਣੇ ਟ੍ਰੇਨ ਦੀ ਜਿਹੜੀ ਔਨਲਾਈਨ ਟਿਕਟ ਬੁੱਕ ਕਰਵਾਉਣ ਲਈ, ਟ੍ਰੇਨ ਦੀ ਟਿਕਟ ਇੱਕ ਬੁੱਕ ਕਰਵਾਉਣ ਲਈ ਲੱਖਾਂ ਦੀ ਗੈਦਰਿੰਗ ਸੀਗੀ। ਕੋਈ ਸੋਸ਼ਲ ਡਿਸਟੈਂਸਿੰਗ ਨਹੀਂ, ਕੋਈ ਮਾਸਕ ਨਹੀਂ ਸੀਗੇ, ਕੋਈ ਇੱਕ ਦੂਸਰੇ ਦੇ ਉੱਪਰ ਦੀ ਚੜ੍ਹ ਕੇ ਉਹ ਜਾ ਰਹੇ ਸੀਗੇ ਵੀ ਸਾਡੀ ਟਿਕਟ ਪਹਿਲਾਂ ਬੁੱਕ ਹੋ ਜਾਵੇ। ਕੀ ਉੱਥੇ ਨਹੀਂ ਕਰੋਨਾ? ਅਸੀਂ ਤਾਂ ਇਹ ਕਹਿੰਦੇ ਵੀ ਉੱਥੇ ਵਾਇਰਸ ਨਹੀਂ ਫੈਲਦਾ? ਕੀ ਇਹ ਵਾਇਰਸ ਕੋਈ ਧਾਰਮਿਕ ਵਾਇਰਸ ਹੈ ਕਿ ਸਿਰਫ ਜਾ ਕੇ ਉੱਥੇ ਧਾਰਮਿਕ ਸਥਲਾਂ ਦੇ ਉੱਪਰ ਹੀ ਜਾ ਕੇ ਇਹ ਹੋਊਗਾ ਲੋਕਾਂ ਨੂੰ? ਅਗਰ ਮੰਨ ਲਓ ਤੁਸੀਂ ਬਾਜ਼ਾਰਾਂ ਦੇ ਵਿੱਚ ਜਾਂਦੇ ਹੋ, ਕੀ ਤੁਸੀਂ ਸੇਫ ਹੋ? ਕੀ ਕੋਈ ਬੰਦਾ, ਕੀ ਅਥਾਰਟੀ ਇਸ ਚੀਜ਼ ਦੀ ਜ਼ਿੰਮੇਵਾਰੀ ਲੈਂਦੀ ਹੈ ਕਿ ਹਾਂਜੀ ਬਾਜ਼ਾਰਾਂ ਦੇ ਵਿੱਚ ਜਿਹੜੇ ਬੰਦੇ ਜਾ ਰਹੇ ਨੇ ਜਾਂ ਮਾਰਕੀਟਾਂ ਖੁੱਲ੍ਹੀਆਂ ਨੇ ਜਾਂ ਕੋਈ ਵੀ ਅਦਾਰੇ ਨੇ, ਮੈਂ ਹੁਣ ਸਪੈਸੀਫਿਕਲੀ ਕਿਸੇ ਦਾ ਅਗਰ ਨਾਮ ਲਊਂਗਾ ਤਾਂ ਉਹ ਬੰਦੇ ਕਹਿਣਗੇ ਜੀ ਸਾਨੂੰ ਜਾਣਬੁੱਝ ਕੇ ਟਾਰਗੇਟ ਕਰ ਰਹੇ ਆ, ਤਾਂ ਉੱਥੇ ਕੀ ਕਰੋਨਾ ਨਹੀਂ ਹੁੰਦਾ ਹੈਗਾ? ਕੀ ਕੋਈ ਜ਼ਿੰਮੇਵਾਰੀ ਲੈ ਸਕਦਾ ਕਿ ਉੱਥੇ ਬੰਦਿਆਂ ਨੂੰ ਕਰੋਨਾ ਨਹੀਂ ਹੋਣਾ ਔਰ ਸਿਰਫ ਮੰਦਿਰ ਮਸਜਿਦ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਹੀ ਉਹਨਾਂ ਨੂੰ ਖਤਰਾ ਵੱਧ ਜਾਂਦਾ ਜੀ ਕਰੋਨਾ ਹੋਣ ਦਾ? ਸਾਡਾ ਤਾਂ ਸਿਰਫ ਇੰਨਾ ਮਤਲਬ ਲੌਜਿਕ ਵਾਲੀ ਗੱਲ ਹੈ, ਹਰ ਬੰਦਾ ਸਮਝ ਸਕਦਾ। ਜਿੱਥੇ ਗੱਲ ਆ ਗਈ ਇੱਕ ਲੋਕਡਾਊਨ ਦੀ, ਜਿਵੇਂ ਹੁਣ ਕੁਛ ਉਲਮਾ ਹਜ਼ਰਾਤ ਦੇ ਮੈਂ ਬਿਆਨ ਵੀ ਪੜ੍ਹ ਰਿਹਾ ਸੀਗਾ, ਜਿਵੇਂ YouTube 'ਤੇ ਮੈਂ ਦੇਖੇ ਸੀਗੇ, ਉਹਨਾਂ ਵੱਲੋਂ ਕਿਹਾ ਗਿਆ ਕਿਉਂਕਿ ਬਾਹਰ ਹਿੰਦੁਸਤਾਨ ਦੇ ਵਿੱਚ ਪੂਰੇ ਦੇ ਵਿੱਚ ਹਰ ਜਗ੍ਹਾ ਦੇ ਉੱਪਰ ਗ੍ਰੀਨ ਜ਼ੋਨ ਨਹੀਂ ਹੈਗਾ। ਤਾਂ ਮੇਰਾ ਤਾਂ ਮੁਤਾਲਬਾ ਹੈ ਜਿੱਥੇ ਸਹੀ ਹੈ, ਜਿੱਥੇ ਹੁਣ ਖੁੱਲ੍ਹਾ ਓਪਨ ਹੈ, ਜਿੱਥੇ ਹੁਣ ਲੋਕਡਾਊਨ ਓਪਨ ਕਰ ਦਿੱਤਾ ਗਿਆ ਤਾਂ ਉੱਥੇ ਤਾਂ ਕਮ ਸੇ ਕਮ ਮੁਸਲਮਾਨਾਂ ਨੂੰ, ਆਪਾਂ ਨੂੰ ਜਾਂ ਸਾਰੇ ਧਾਰਮਿਕ ਜਿਹੜੇ ਨੁਮਾਇੰਦੇ ਨੇ ਅਲੱਗ-ਅਲੱਗ ਧਰਮਾਂ ਦੇ, ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡੇ ਧਾਰਮਿਕ ਸਥਾਨ ਤਾਂ ਖੋਲ੍ਹ ਲਓ। ਜਿੱਥੇ ਹੁਣ ਜਿਵੇਂ ਹੁਣ ਸੰਗਰੂਰ ਜ਼ਿਲ੍ਹੇ ਦੇ ਵਿੱਚ ਕੋਈ ਕੇਸ ਨਹੀਂ ਹੈ ਤਾਂ ਇੱਥੇ ਦੇ ਲੋਕਾਂ ਨੂੰ ਤਾਂ ਰਿਲੀਫ ਮਿਲਣੀ ਚਾਹੀਦੀ ਹੈ। ਜਦ ਹੋਰ ਸਾਰਾ ਕੁਝ ਖੁੱਲ੍ਹ ਗਿਆ ਤਾਂ ਧਾਰਮਿਕ ਸਥਾਨ ਕਿਉਂ, ਸਾਨੂੰ ਇਕੱਲੇ ਧਾਰਮਿਕ ਸਥਾਨ ਖੋਲ੍ਹਣ ਦੇ ਉੱਪਰ ਹੀ ਕਿਉਂ ਇਤਰਾਜ਼ ਆ? ਸਿਰਫ ਇੰਨੀ ਕੁ ਗੱਲ ਹੈ। ਸੋ ਮੁਬੀਨ ਸਾਹਿਬ, ਰਮਜ਼ਾਨ ਸ਼ਰੀਫ ਦੇ ਜਿਹੜੇ ਰੋਜ਼ੇ ਵੀ ਲੰਘ ਕੇ ਗਏ ਨੇ, ਕਿੰਨੀ ਕੁ ਜਿਹੜੀ ਅਸੀਂ ਨਿਰਾਸ਼ਤਾ ਹੈਗੀ ਹੈ ਕਿ ਜੁਮੇ ਦੀ ਨਮਾਜ਼ ਤੱਕ ਨਹੀਂ ਅਦਾ ਕਰ ਸਕੇ, ਸੋਸ਼ਲ ਡਿਸਟੈਂਸ ਹੋਵੇ ਜਾਂ ਕਰਫਿਊ ਨੂੰ ਪੂਰੀ ਤਰੀਕੇ ਨਾਲ ਪਾਬੰਦ ਕੀਤਾ ਗਿਆ, ਔਰ ਅੱਜ ਤੁਸੀਂ ਈਦ ਦੀ ਨਮਾਜ਼ ਅਗਰ ਚਾਹੁੰਦੇ ਹੋ ਤਾਂ ਕਿਸ ਤਰੀਕੇ ਨਾਲ ਹੋਵੇਗੀ? ਕਿਉਂਕਿ ਐਡੇ ਵੱਡੇ ਸਿਸਟਮ ਨੂੰ, ਮਸਜਿਦਾਂ ਬਹੁਤ ਨੇ ਪੰਜਾਬ ਦੇ ਵਿੱਚ, ਮਲੇਰਕੋਟਲੇ ਦੇ ਵਿੱਚ, ਕਿਵੇਂ ਪੋਸੀਬਲ ਹੋ ਸਕਦਾ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਸਾਨੂੰ ਲੱਗਿਆ ਕਿ ਸਾਰੇ ਦੇਖੋ ਧਾਰਮਿਕ ਆਗੂ ਇਹੀ ਸੋਚਦੇ ਹੋਣਗੇ, ਸਾਰੇ ਜਿਹੜੇ ਧਾਰਮਿਕ ਬੰਦੇ ਨੇ ਉਹ ਵੀ ਇਹੀ ਸੋਚਦੇ ਹੋਣਗੇ ਕਿ ਸਾਡਾ ਰੱਬ ਸਭ ਤੋਂ ਨਾਰਾਜ਼ ਹੈ, ਤਾਂ ਹੀ ਇਹ ਜਿਹੜਾ ਮਹਾਮਾਰੀ ਫੈਲੀ ਹੈ। ਤਾਂ ਇਹਦਾ ਸਭ ਤੋਂ ਜਿਹੜਾ ਇੱਕ ਧਾਰਮਿਕ ਬੰਦਾ ਤਾਂ ਇਹ ਤਾਂ ਇਹੀ ਸੋਚੂਗਾ ਕਿ ਮੈਂ ਆਪਣੇ ਰੱਬ ਨੂੰ ਜਾ ਕੇ ਮਨਾਵਾਂ, ਮੈਂ ਆਪਣੇ ਰੱਬ ਦੀ ਇਬਾਦਤ ਕਰਾਂ। ਜਿੱਥੇ ਸਾਡੇ ਰੱਬ ਦੇ ਘਰ ਇਸ ਟਾਈਮ ਬੰਦ ਪਏ ਨੇ ਉਹ ਖੁੱਲ੍ਹ ਕੇ ਅਸੀਂ ਏਡੇ ਕੁ ਹੋ ਜਾਈਏ, ਅਸੀਂ ਗਿੜਗਿੜਾ ਕੇ ਰੱਬ ਕੋਲੋਂ, ਆਪਣੇ ਕੋਲੋਂ ਮੰਗੀਏ ਕਿ ਰੱਬਾ ਇਹ ਸਾਰੀ ਦੁਨੀਆ ਤੋਂ ਇਹ ਜਿਹੜਾ ਪ੍ਰਕੋਪ ਹੈ ਖਤਮ ਕਰ ਦਿਓ, ਇਹ ਵਾਇਰਸ ਨੂੰ ਖਤਮ ਕਰ ਦਿੱਤਾ ਜਾਵੇ। ਤਾਂ ਐਸੇ ਮੌਕੇ ਦੇ ਉੱਪਰ ਇਹ ਗੱਲ ਦੇਖੋ, ਸਾਨੂੰ ਦਿਲੋਂ ਅਫਸੋਸ ਹੈ ਕਿ ਇਸ ਵਾਰ ਰਮਜ਼ਾਨ ਹੈ ਸਾਡਾ ਇਸੇ ਤਰੀਕੇ ਨਾਲ ਗੁਜ਼ਰਿਆ। ਕੋਈ ਅਸੀਂ ਨਮਾਜ਼ਾਂ ਮਸਜਿਦ 'ਚ ਅਦਾ ਨਹੀਂ ਕਰ ਸਕੇ, ਕੋਈ ਅਸੀਂ ਤਰਾਵੀ ਉੱਥੇ ਅਦਾ ਨਹੀਂ ਕਰ ਸਕੇ, ਨਮਾਜ਼ ਅਦਾ ਨਹੀਂ ਕਰ ਸਕੇ, ਜੁਮੇ ਦੇਖੋ ਜਿਹਦਾ ਇੰਤਜ਼ਾਰ ਰਹਿੰਦਾ ਉਹ ਨਹੀਂ ਅਸੀਂ ਅਦਾ ਕਰ ਸਕੇ। ਤਾਂ ਹੁਣ ਘੱਟੋ ਘੱਟ ਈਦ ਦਾ ਜਿਹੜਾ ਤਿਉਹਾਰ ਹੈ, ਤਾਂ ਮੇਰੇ ਖਿਆਲ ਨਾਲ ਜਿਹੜੀਆਂ ਮਸਜਿਦਾਂ ਨੇ ਅਲੱਗ-ਅਲੱਗ ਮਹੱਲੇ ਦੀਆਂ, ਜਿਹੜਾ ਅਸੀਂ ਮੁਤਾਲਬਾ ਕੀਤਾ ਪਿੰਡਾਂ ਦੀਆਂ ਮਸਜਿਦਾਂ ਨੇ, ਤਾਂ ਉੱਥੇ ਘੱਟ ਗੈਦਰਿੰਗ ਹੋਏਗੀ। ਮਹੱਲੇ ਦੇ ਵਿੱਚ ਜਿੰਨੇ ਕੁ ਬੰਦੇ ਹੋਣਗੇ ਉਹ 2 ਜਾਂ 3 ਸ਼ਿਫਟਾਂ ਦੇ ਵਿੱਚ, ਮੈਂ ਪਹਿਲਾਂ ਵੀ ਇਹੀ ਗੁਜ਼ਾਰਿਸ਼ ਕੀਤੀ ਹੈ ਵੀ ਤੁਸੀਂ ਉੱਥੇ ਮਾਰਕਿੰਗ ਕਰਵਾ ਦਿਓ ਅੰਦਰ, ਔਰ 1-1 ਮੀਟਰ ਦੇ ਉੱਪਰ 2 ਵਾਰ ਦੇ ਵਿੱਚ, 3 ਵਾਰ 'ਚ, 4 ਵਾਰ 'ਚ, 5 ਵਾਰ ਦੇ ਵਿੱਚ ਵੀ ਅਗਰ ਹੋ ਸਕੇ ਤਾਂ ਉੱਥੇ ਸਹੀ ਤਰੀਕੇ ਦੇ ਨਾਲ ਤੁਸੀਂ ਆਪਣੇ ਬੰਦੇ, ਅਗਰ ਇੱਥੇ 70-80 ਮਸਜਿਦਾਂ ਨੇ ਤਾਂ ਪ੍ਰਸ਼ਾਸਨ ਦੇ 70-80 ਬੰਦੇ ਉੱਥੇ ਜਾ ਕੇ ਉੱਥੇ ਡਿਊਟੀ ਦੇ ਉੱਪਰ ਜਾ ਸਕਦੇ ਨੇ ਆਈ ਥਿੰਕ, ਔਰ ਉਹ ਦੇਖ ਸਕਦੇ ਨੇ ਵੀ ਉੱਥੇ ਸੋਸ਼ਲ ਡਿਸਟੈਂਸਿੰਗ ਮੇਨਟੇਨ ਰੱਖੀ ਗਈ ਹੈ ਜਾਂ ਨਹੀਂ ਰੱਖੀ। ਔਰ ਮੇਰੇ ਖਿਆਲ ਨਾਲ ਕੋਈ ਐਡੀ ਵੱਡੀ ਗੱਲ ਨਹੀਂ ਹੈ, ਜਿੱਥੇ ਹੋਰ ਜਗ੍ਹਾ ਦੇ ਉੱਪਰ ਸਹੀ ਤਰੀਕੇ ਨਾਲ ਪ੍ਰਸ਼ਾਸਨ ਚਲਾ ਰਿਹਾ ਤਾਂ ਇਹ ਐਡੀ ਵੱਡੀ ਗੱਲ ਨਹੀਂ ਹੈ। 1 ਦਿਨ ਦੀ ਗੱਲ ਹੈ, 1 ਦਿਨ ਦੀ ਗੱਲ ਹੈ, ਔਰ ਕੁਛ ਘੰਟੇ ਦੀ, 2 ਜਾਂ 3 ਘੰਟੇ ਦੀ।